ਸੜਕ ਤੇ ਖੜਾ ਇਹ ਸਾਰਾ ਪਰਿਵਾਰ ਆਪਣੀ ਵਿਆਹੁਤਾ ਕੁੜੀ ਦੀ ਜ਼ਿੰਦਗੀ ਤੋਂ ਬੇਹੱਦ ਜ਼ਿਆਦਾ ਦੁਖੀ ਸੀ। ਉਸ ਦੇ ਸਹੁਰੇ ਪਰਿਵਾਰ ਨੇ ਇਹਨਾਂ ਦੀ ਕੁੜੀ ਦੇ ਨਾਲ ਜੋ ਕੀਤਾ ਉਹ ਸੁਣ ਕੇ ਸਾਰੇ ਹੀ ਦੰਗ ਰਹਿ ਗਏ। ਉਸ ਦੀ ਮ੍ਰਿਤਕ ਦੇਹ ਤੱਕ ਨੂੰ ਉਹ 2 ਘੰਟੇ ਅੰਦਰ ਲੈ ਕੇ ਬੈਠੇ ਰਹੇ ਅਤੇ ਉਹਨਾਂ ਨੇ ਬਾਹਰ ਆਵਾਜ਼ ਤੱਕ ਨਹੀਂ ਕੱਢੀ। ਇਸ ਸਾਰੇ ਮਾਮਲੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਬਾਹਰਲਾ ਕੋਈ ਵਿਅਕਤੀ ਆਇਆ, ਘਰ ਦੇ ਵਿੱਚ ਦਾਖਲ ਹੋਇਆ ਅਤੇ ਉਸਨੇ ਦੇਖਿਆ ਕਿ ਕਿਵੇਂ ਇਹਨਾਂ ਦੀ ਧੀ ਮਨੀਸ਼ਾ ਮ੍ਰਿਤਕ ਦੇ ਬਣੀ ਨੀਚੇ ਰੱਖੀ ਹੋਈ ਹੈ। ਪਰ ਉਸ ਦੇ ਬਾਵਜੂਦ ਵੀ ਘਰ ਵਾਲਿਆਂ ਦੇ ਚਿਹਰੇ ਤੇ ਨਾ ਤਾਂ ਕੋਈ ਚਿੰਤਾ ਸੀ ਅਤੇ ਨਾ ਹੀ ਉਹਨਾਂ ਨੂੰ ਕੋਈ ਦੁੱਖ ਜਾਪ ਰਿਹਾ ਸੀ। ਪਰਿਵਾਰਕ ਮੈਂਬਰਾਂ ਦੇ ਵੱਲੋਂ ਸਾਰੇ ਇਲਜ਼ਾਮ ਸਹੁਰੇ ਪਰਿਵਾਰ ਤੇ ਲਗਾਏ ਗਏ ਨੇ। ਦੱਸਦੇ ਕਿ ਪੇਕੇ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ 6 ਸਾਲ ਤੋਂ ਇਸ ਘਰ ਦੇ ਵਿੱਚ ਬੈਠਾ ਮੁੰਡਾ ਉਹਨਾਂ ਦਾ ਜਵਾਈ ਕੋਈ ਕੰਮਕਾਰ ਨਹੀਂ ਕਰ ਰਿਹਾ ਸੀ। ਉਹਨਾਂ ਦੀ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਨਾ ਸਿਰਫ ਦਾਜ ਦਹੇਜ ਦੇ ਲਈ ਸਗੋਂ ਮਾਨਸਿਕ ਤੌਰ ਤੇ ਵੀ ਉਸ ਨੂੰ ਕਈ ਤਰ੍ਹਾਂ ਦੀ ਪੀੜਾ ਦਿੱਤੀ ਜਾਂਦੀ ਸੀ। ਦਰਅਸਲ 8 ਸਾਲ ਪਹਿਲਾਂ ਵਿਆਹੀ ਮਨੀਸ਼ਾ, ਜਿਸ ਦਾ ਵਿਆਹ ਇੱਥੇ ਦੇ ਰਹਿਣ ਵਾਲੇ ਇੱਕ ਮੁੰਡੇ ਜਲੰਧਰ ਦੇ ਵਿੱਚ ਵਰੁਣ ਦੇ ਨਾਲ ਹੋਇਆ ਸੀ। ਪਹਿਲਾਂ ਉਹ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਰਿਹਾ, ਪਰ ਜਦੋਂ ਵਿਆਹ ਨੂੰ 2 ਸਾਲ ਹੋ ਗਏ ਤਾਂ ਉਹ ਕੰਮ ਕਰ ਛੱਡ ਕੇ ਘਰ ਬੈਠ ਗਿਆ। ਹੱਟਾ ਕੱਟਾ ਨੌਜਵਾਨ, ਤੁਸੀਂ ਦੇਖੋਗੇ ਅੱਗੇ ਤਸਵੀਰਾਂ ਦੇ ਵਿੱਚ ਕਿਵੇਂ ਪੁਲਿਸ ਦੇ ਵੱਲੋਂ ਰੇਡ ਕਰਕੇ ਫੜਿਆ ਗਿਆ। ਲਾਈਵ ਰੇਡ ਦਿਖਾਈ ਗਈ ਹੈ ਪੁਲਿਸ ਦੇ ਵੱਲੋਂ, ਕਿਵੇਂ ਘਰ ਤੋਂ ਚੱਕਿਆ ਗਿਆ ਉਸ ਮ੍ਰਿਤਕਾ ਮਨੀਸ਼ਾ ਦਾ ਪਤੀ ਅਤੇ ਦਿਓਰ, ਉਹ ਦੇਖ ਲੈਂਦੇ ਆ। ਪਰ ਉਸ ਤੋਂ ਪਹਿਲਾਂ ਪਰਿਵਾਰਿਕ ਮੈਂਬਰਾਂ ਦੇ ਨਾਲ ਪੁਲਿਸ ਵਾਲਿਆਂ ਦੀ ਹੋਈ ਬਹਿਸਬਾਜ਼ੀ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਮੌਕੇ ਤੇ ਰੈਸਟ ਕਰੋ ਕਰੀ ਆ ਕੋਈ ਚੱਕ ਲਿਓ ਨਹੀਂ। ਹਾਂ, ਇੱਕ ਮਹੀਨਾ ਪਹਿਲਾਂ ਵੀ ਤੁਸੀਂ ਵਾਅਦਾ ਇਹੀ ਕੀਤਾ ਸੀ ਸਰ, ਅਸੀਂ ਆਏ ਸੀਗੇ, ਤੁਸੀਂ ਕਿਹਾ ਸੀ ਉਹਨਾਂ ਦਾ ਪਰਚਾ ਕੱਟ ਹੋ ਜਾਊਗਾ। ਮਹੀਨਾ ਮੈਨੂੰ ਲੱਗੇ ਨੂੰ ਆਇਆ ਸਾਰਾ ਸਰ ਇਹ। ਅਸੀਂ ਆਏ ਨਹੀਂ, 4 ਹਫ਼ਤੇ ਹੋ ਗਏ। ਕੀ ਕੀਤਾ ਤੁਸੀਂ ਦੱਸੋ? ਇਨਕੁਆਇਰੀ ਕਰਕੇ ਪਰਚਾ ਜਗਾ ਲਓ ਹੁਣ ਕਿਵੇਂ ਨਹੀਂ ਸਰ, ਅਸੀਂ ਪਰਚਾ ਚੁਕਾਉਣਾ ਕੱਟ ਹੋ ਗਿਆ ਸਰ। ਚੱਕੋ ਉਹਨਾਂ ਨੂੰ, ਇੱਕ ਦਿਨ ਪੂਰਾ ਹੋ ਗਿਆ, ਇੱਕ ਦਿਨ ਪੂਰਾ ਹੋ ਗਿਆ। ਇਹ ਕਿੰਨੀ ਵੀਡੀਓ ਹੈਗੀ ਆ, ਵੀਡੀਓ ਤੁਹਾਡੀ ਰਿਕਾਰਡਿੰਗ ਸੁਣਦਾ ਗੱਲ ਸੁਣ ਮੇਰੀ, ਪਹਿਲਾਂ ਸੁਣ ਇਨਕੁਆਇਰੀ ਨਹੀਂ ਕਿਹਾ ਤੁਹਾਨੂੰ ਮੈਂ ਸੁਣਾ ਜਰਾ, ਰਿਕਾਰਡਿੰਗ ਸੁਣਾ। ਕੁਛ ਦੇ ਸੁਣੇ ਨੂੰ ਤੇਰੇ ਵਿੱਚ ਕਿਹਾ ਤੁਸੀਂ ਇਨਕੁਆਇਰੀ ਲੱਗੀ ਆ। ਇਹ ਠੀਕ ਆ, 7 ਦਿਨ ਹੋ ਗਏ ਪਹਿਲਾਂ ਉਹਨਾਂ ਦੀ ਬੇਲ ਲੱਗੀ। ਕਹਿ ਸਕਦਾ ਉਹ ਚਲੋ ਜਾਓ ਕਿਉਂ ਲੱਗੀ ਸੀ? ਕਿਸ ਅਕੋਰਡਿੰਗ ਲੱਗੀ ਬੇਸ? ਹੈ ਬੇਲ ਕਿਹੜੇ ਅਕੋਰਡਿੰਗ ਲੱਗੀ? ਮੁਕੱਦਮਾ ਨੇ ਰਿਪੋਰਟਿੰਗ ਲਾਈ ਸੀਗੀ। ਮੁਕੱਦਮਾ ਨਹੀਂ ਵਿੱਚ ਕੋਈ ਪਰਚਾ ਨਹੀਂ ਹੋਇਆ ਤੇ ਕਿੱਦਾਂ ਬੇਲ ਲੱਗੂਗੀ? ਇਹ ਸੁਣ ਲਓ। ਬਿਨਾਂ ਪਰਚੇ ਤੋਂ ਵੀ ਬੇਲ ਲੱਗਦੀ ਸ਼੍ਰੀਮਾਨ ਜੀ। ਫੜਦੇ ਇਹ ਆਪ ਕਹਿ ਰਹੀ ਨੇ ਇਹਨਾਂ ਨੇ ਪਹਿਲਾਂ ਕਿਹਾ ਸੀ। ਇੱਕ ਮਿੰਟ ਸੁਣ ਲਓ ਰਿਕਾਰਡਿੰਗ। ਹਾਂਜੀ ਮੈਂ ਤਾਂ ਸਵੇਰ ਤੋਂ ਸ਼ਾਮ ਹੋ ਗਈ ਆ, ਰਾਤ ਪੈ ਗਈ ਆ। ਹੁਣੀ ਮੈਂ ਤੁਹਾਨੂੰ ਹੁਣੀ ਚੁਕਵਾਉਣਾ, ਹੁਣੀ ਚੁੱਕੋ ਉਹਨੂੰ। ਆਪਾਂ ਨੇ ਇੱਥੇ ਬੈਠੇ ਆ ਤਾਂ ਮੈਂ ਬੈਠੀ। ਆਕਾਸ਼ ਕਰੀ ਜਰਾ ਗੱਲ, ਕਹਿੰਦਾ ਕੌਣ ਬੋਲਦੇ ਆ? ਕਹਿੰਦਾ ਕੌਣ ਬੋਲਦੇ ਆ? ਗੱਲ ਸੁਣੋ, ਤੁਸੀਂ ਵੀ ਸੁਨੀਤਾ ਨਾਮ ਲੈ ਕੇ ਬੋਲਦੇ ਪਏ ਹੋ। ਤੁਸੀਂ ਵੀ ਕਿਹਾ ਸੁਨੀਤਾ ਗੱਲ ਸੁਣ ਮੇਰੀ, ਤੁਸੀਂ ਵੀ ਇਦਾਂ ਹੀ ਬੋਲੇ ਹੋ। ਠੀਕ ਹੈ ਗੱਲ ਸੁਣ। ਹੈਲੋ ਇੱਕ ਮਿੰਟ ਸੁਣ ਗੱਲ ਮੇਰੀ। ਸੀਤਾ ਮੇਰਾ ਉਮਰ ਚ ਕਮ ਸੇ ਕਮ 10-12 ਸਾਲ ਛੋਟੀ ਹੋਊਗੀ। ਤਾਂ ਫਿਰ ਜੇ ਕਿਆ? ਮੈਂ ਕਹਿੰਦਾ ਸੀਤਾ ਗੱਲ ਸੁਣ, ਫਿਰ ਕਿਆ ਅਸੀਂ ਕਲਪ ਕੇ ਬੋਲੇ? ਅਸੀਂ ਕਲਪ ਕੇ ਬੋਲੇ? ਅਸੀਂ ਕਲਪ ਕਿਉਂ ਬੋਲੇ ਆ? ਤੂੰ ਬਹੁਤ ਕਲਪਨਾ ਨੂੰ। ਹਾਂ, ਕਲਪਨਾ। ਹੁਣ ਧਰਨਾ ਦੇ ਕੋਈ ਨਹੀਂ, ਦੇ ਦਾਂਗੇ ਜਦੋਂ ਲੋੜ ਪਈ ਆਪਾਂ ਨੂੰ ਦੇ ਦਾਂ। ਗੱਲ ਖਤਮ। ਹੁੰਦੇ ਧਰਨਾ ਹੁਣ ਤੋਂ ਨਹੀਂ ਕਰਨਾ, ਮੈਂ ਦੱਸਾਂਗੇ ਪੁਲਿਸ ਕੀ ਕਰਦੀ। ਤਾਂ ਦੱਸਾਂਗਾ ਤੁਸੀਂ ਕਰ ਲਈ। ਇਹਦਾ ਟੈਸਟ ਅਸੀਂ ਕਰ ਸਕਦੇ ਹਾਂ। ਜਾਓ ਫਿਰ ਜਾਓ, ਭੱਜੇ ਪੁਲਿਸ ਨਾਲ ਫੜਦਾ ਸੀ ਨਾ। ਇਹਨੂੰ ਪੁੱਛ ਲਾਂਗੇ। ਹੁਣ ਮਤਲਬ ਪੁਲਿਸ ਪ੍ਰਸ਼ਾਸਨ ਹਾਏ ਹਾਏ, ਪੁਲਿਸ ਪ੍ਰਸ਼ਾਸਨ ਹਾਏ ਹਾਏ, ਪੁਲਿਸ ਪ੍ਰਸ਼ਾਸਨ ਹਾਏ ਹਾਏ। ਚਲੋ ਆਪਣਾ ਹੋਣਾ ਉੱਤੇ ਜ਼ਬਾਨ ਕਿਧਰ ਬਣਨਾ? ਕਿੱਧਰ ਬਣਨਾ ਕਿੱਧਰ ਨੂੰ? ਓਏ ਹਲੋ ਫੜਾ ਚੁੱਪ ਚਪਲਾ ਪਾ ਦੋ ਮੈਨੂੰ। ਚਪਲਾ ਪਾ ਦੋ ਮੈਨੂੰ। ਚਪਲਾ ਪਾ ਦੋ, ਜੱਬੇ ਦੇ ਵੀ ਦੇ, ਜੁੱਤੀ ਪਾ ਦੋ। ਓਏ ਚਲੋ ਤੁਸੀਂ ਕਿਹਾ ਇਨਕੁਆਇਰੀ ਲੱਗੀ। ਕਿੰਨੇ ਗੱਲ ਕੋਈ ਲੱਗੀ? ਤੁਸੀਂ ਬੋਲਦੇ ਜਲੰਧਰ ਦੇ ਵਿੱਚ ਵਿਆਹੀ ਮਨੀਸ਼ਾ 12 ਮਾਰਚ 2022 ਨੂੰ ਗੋਪਾਲ ਨਗਰ ਦੇ ਵਿੱਚ ਰਹਿੰਦੀ ਮਨੀਸ਼ਾ ਦੇ ਵੱਲੋਂ ਆਪਣੇ ਸਹੁਰੇ ਘਰ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਗਿਆ। ਇਸ ਪਿੱਛੇ ਦਾ ਕਾਰਨ ਕੀ ਸੀ ਜਾਂ ਫਿਰ ਉਸ ਨੂੰ ਕਿਵੇਂ ਮਾਰਿਆ ਗਿਆ, ਇਸ ਬਾਰੇ ਵੀ ਹਲੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ।
ਇਸ ਗੱਲ ਦਾ ਵੀ ਖੁਲਾਸਾ ਨਹੀਂ ਹੋ ਪਾਇਆ ਕਿ ਉਸਨੇ ਖੁਦ ਆਪਣੀ ਜ਼ਿੰਦਗੀ ਖਤਮ ਕੀਤੀ ਹੈ ਜਾਂ ਉਸ ਨੂੰ ਮਾਰ ਦਿੱਤਾ ਗਿਆ। ਮਨੀਸ਼ਾ ਦੇ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 2 ਵਿਖੇ ਸ਼ਿਕਾਇਤ ਦਰਜ ਕਰਵਾਈ। 3 ਮਹੀਨੇ ਤੱਕ ਵੀ ਥਾਣੇ ਦੇ ਵਿੱਚ FIR ਦਰਜ ਨਹੀਂ ਹੋਈ ਸੀ ਅਤੇ ਹੁਣ 3 ਮਹੀਨੇ ਬਾਅਦ 1 ਜੂਨ 2022 ਨੂੰ ਥਾਣਾ ਮੁਖੀ ਭੂਸ਼ਣ ਕੁਮਾਰ ਦੇ ਵੱਲੋਂ ਵਿਰੋਧੀਆਂ ਦੇ ਖਿਲਾਫ 306 ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੇਕੇ ਪਰਿਵਾਰ ਦਾ ਕਹਿਣਾ ਸੀ ਕਿ ਹਾਲੇ ਤੱਕ ਆਰੋਪੀਆਂ ਦੀ ਗ੍ਰਿਫਤਾਰੀ ਨਹੀਂ ਪਾਈ ਗਈ। ਪੇਕੇ ਪਰਿਵਾਰ ਦੇ ਵੱਲੋਂ 2 ਜੂਨ ਦੀ ਅੱਧੀ ਰਾਤ ਨੂੰ ਥਾਣੇ ਦੇ ਬਾਹਰ ਥਾਣਾ ਮੁਖੀ ਭੂਸ਼ਣ ਕੁਮਾਰ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਪ੍ਰਦਰਸ਼ਨ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਮੌਕੇ ਤੇ ਪਹੁੰਚੇ, ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸੇ ਸਮੇਂ ਧਰਨਾ ਲਗਾਉਣ ਤੋਂ ਬਾਅਦ ਆਰੋਪੀਆਂ ਦੇ ਘਰ ਰੇਡ ਕਰਕੇ ਮੌਕੇ ਤੋਂ ਮਨੀਸ਼ਾ ਦੇ ਪਤੀ ਅਤੇ ਦਿਓਰ ਨੂੰ ਹਿਰਾਸਤ ਦੇ ਵਿੱਚ ਲਿਆ। ਥਾਣਾ ਮੁਖੀ ਭੂਸ਼ਣ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕੁੜੀ ਮਨੀਸ਼ਾ ਨੇ ਜਦ 12 ਮਾਰਚ ਨੂੰ ਆਪਣੀ ਜੀਵਨ ਲੀਲਾ ਖਤਮ ਕੀਤੀ ਸੀ ਤਾਂ ਉਸ ਸਮੇਂ ਥਾਣੇ ਦੇ ਮੁਖੀ SI ਬਲਜਿੰਦਰ ਸਿੰਘ ਸੀ ਅਤੇ ਪੇਕੇ ਪਰਿਵਾਰ ਨੇ ਬਿਆਨਾਂ ਦੇ ਵਿੱਚ ਲਿਖਵਾਇਆ ਸੀ ਕਿ ਸਾਨੂੰ ਕਿਸੇ ਵੀ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ। ਥਾਣਾ ਮੁਖੀ ਨੇ ਕਿਹਾ ਕਿ ਜਦ ਮੈਂ ਡਿਊਟੀ ਜੁਆਇਨ ਕੀਤੀ ਤਾਂ ਮੇਰੇ ਕੋਲ ਆਏ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਦੱਸਿਆ ਕਿ ਸਾਡੇ ਨਾਲ ਧੱਕਾ ਹੋਇਆ। ਮੈਨੂੰ ਸਾਰੇ ਪ੍ਰੂਫ ਦਿਖਾਏ ਗਏ, ਇੱਕ ਪੈਨ ਡਰਾਈਵ ਦਿੱਤੀ ਗਈ। ਮੈਂ ਸੀਨੀਅਰ ਅਫਸਰ ਦੇ ਨਾਲ ਗੱਲਬਾਤ ਕਰਕੇ ਮਾਮਲਾ ਦਰਜ ਕਰ ਲਿਆ। ਇਸ ਮੌਕੇ ਤੇ ਥਾਣਾ ਮੁਖੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਮ੍ਰਿਤਕਾ ਦੀ ਮਾਂ ਸੁਨੀਤਾ ਦੇ ਵੱਲੋਂ ਦਿੱਤੇ ਬਿਆਨਾਂ ਦੇ ਅਨੁਸਾਰ ਹੀ ਮ੍ਰਿਤਕ ਕੁੜੀ ਦੇ ਘਰ ਵਾਲੇ ਕਰਨ ਅਤੇ ਉਸ ਦੇ ਦਿਓਰ ਵਰੁਣ ਅਤੇ ਸੱਸ ਦੇ ਖਿਲਾਫ ਇਹ ਸਾਰਾ ਮਾਮਲਾ ਦਰਜ ਕੀਤਾ ਗਿਆ। ਕਰਨ ਅਤੇ ਵਰੁਣ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਸੱਸ ਨੂੰ ਗ੍ਰਿਫਤਾਰ ਜਲਦ ਹੀ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਸਾਰੇ ਮਾਮਲੇ ਨੂੰ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਸੀ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਪੁਲਿਸ ਵਾਲਿਆਂ ਦੇ ਚੱਕਰ ਕੱਟ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਨੇ ਪੁਲਿਸ ਵਾਲਿਆਂ ਤੇ ਪੈਸੇ ਖਾਣ ਤੱਕ ਦੇ ਇਲਜ਼ਾਮ ਲਏ ਪਰ ਫਿਲਹਾਲ ਪੁਲਿਸ ਦੇ ਵੱਲੋਂ ਮ੍ਰਿਤਕਾ ਦੇ ਪਤੀ ਅਤੇ ਉਸ ਦੇ ਦਿਓਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਲੰਧਰ ਦੇ ਵਿੱਚ ਵਿਆਹੀ ਮਨੀਸ਼ਾ 12 ਮਾਰਚ 2022 ਨੂੰ ਗੋਪਾਲ ਨਗਰ ਦੇ ਵਿੱਚ ਰਹਿੰਦੀ ਮਨੀਸ਼ਾ ਦੇ ਵੱਲੋਂ ਆਪਣੇ ਸਹੁਰੇ ਘਰ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਗਿਆ। ਇਸ ਪਿੱਛੇ ਦਾ ਕਾਰਨ ਕੀ ਸੀ ਜਾਂ ਫਿਰ ਉਸ ਨੂੰ ਕਿਵੇਂ ਮਾਰਿਆ ਗਿਆ, ਇਸ ਬਾਰੇ ਵੀ ਹਾਲੇ ਪੁਲਿਸ ਜਾਂਚ ਪੂਰੀ ਗੱਲ ਦੱਸੂਗੇ ਗੱਲ ਕੀ ਹੋਈ ਸੀ। ਇਸ ਗੱਲ ਦਾ ਵੀ ਖੁਲਾਸਾ ਨਹੀਂ ਹੋ ਪਾਇਆ ਕਿ ਉਸਨੇ ਖੁਦ ਆਪਣੀ ਜ਼ਿੰਦਗੀ ਖਤਮ ਕੀਤੀ ਹੈ ਜਾਂ ਉਸ ਨੂੰ ਮਾਰ ਦਿੱਤਾ ਗਿਆ। ਮਨੀਸ਼ਾ ਦੇ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 2 ਵਿਖੇ ਸ਼ਿਕਾਇਤ ਦਰਜ ਕਰਵਾਈ। 3 ਮਹੀਨੇ ਤੱਕ ਵੀ ਥਾਣੇ ਦੇ ਵਿੱਚ FIR ਦਰਜ ਨਹੀਂ ਹੋਈ ਸੀ ਅਤੇ ਹੁਣ 3 ਮਹੀਨੇ ਬਾਅਦ 1 ਜੂਨ 2022 ਨੂੰ ਥਾਣਾ ਮੁਖੀ ਭੂਸ਼ਣ ਕੁਮਾਰ ਦੇ ਵੱਲੋਂ ਵਿਰੋਧੀਆਂ ਦੇ ਖਿਲਾਫ 306 ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੇਕੇ ਪਰਿਵਾਰ ਦਾ ਕਹਿਣਾ ਸੀ ਕਿ ਹਾਲੇ ਤੱਕ ਆਰੋਪੀਆਂ ਦੀ ਗ੍ਰਿਫਤਾਰੀ ਨਹੀਂ ਪਾਈ ਗਈ। ਪੇਕੇ ਪਰਿਵਾਰ ਦੇ ਵੱਲੋਂ 2 ਜੂਨ ਦੀ ਅੱਧੀ ਰਾਤ ਨੂੰ ਥਾਣੇ ਦੇ ਬਾਹਰ ਥਾਣਾ ਮੁਖੀ ਭੂਸ਼ਣ ਕੁਮਾਰ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਪ੍ਰਦਰਸ਼ਨ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਮੌਕੇ ਤੇ ਪਹੁੰਚੇ, ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸੇ ਸਮੇਂ ਧਰਨਾ ਲਗਾਉਣ ਤੋਂ ਬਾਅਦ ਆਰੋਪੀਆਂ ਦੇ ਘਰ ਰੇਡ ਕਰਕੇ ਮੌਕੇ ਤੋਂ ਮਨੀਸ਼ਾ ਦੇ ਪਤੀ ਅਤੇ ਦਿਓਰ ਨੂੰ ਹਿਰਾਸਤ ਦੇ ਵਿੱਚ ਲਿਆ। ਥਾਣਾ ਮੁਖੀ ਭੂਸ਼ਣ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕੁੜੀ ਮਨੀਸ਼ਾ ਨੇ ਜਦ 12 ਮਾਰਚ ਨੂੰ ਆਪਣੀ ਜੀਵਨ ਲੀਲਾ ਖਤਮ ਕੀਤੀ ਸੀ ਤਾਂ ਉਸ ਸਮੇਂ ਥਾਣੇ ਦੇ ਮੁਖੀ SI ਬਲਜਿੰਦਰ ਸਿੰਘ ਸੀ ਅਤੇ ਪੇਕੇ ਪਰਿਵਾਰ ਨੇ ਬਿਆਨਾਂ ਦੇ ਵਿੱਚ ਲਿਖਵਾਇਆ ਸੀ ਕਿ ਸਾਨੂੰ ਕਿਸੇ ਵੀ ਗੱਲ ਦਾ ਕੋਈ ਮੈਡਮ ਜਿੱਦਾਂ ਤੁਸੀਂ ਕਹਿੰਦੇ ਕੁੜੀ ਦੀ ਮੈਰਿਜ ਹੋਈ ਕਿੰਨੀ ਦੇਰ ਪਹਿਲਾਂ ਹੋਈ ਸੀ, ਕਿੱਥੇ ਹੋਈ ਸੀ? ਜੁਆਇਨ ਕੀਤੀ ਤਾਂ ਮੇਰੇ ਕੋਲ ਆਏ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਦੱਸਿਆ ਕਿ ਸਾਡੇ ਨਾਲ ਧੱਕਾ ਹੋਇਆ। ਮੈਨੂੰ ਸਾਰੇ ਪ੍ਰੂਫ ਦਿਖਾਏ ਗਏ, ਇੱਕ ਪੈਨ ਡਰਾਈਵ ਦਿੱਤੀ ਗਈ। ਮੈਂ ਸੀਨੀਅਰ ਅਫਸਰ ਦੇ ਨਾਲ ਗੱਲਬਾਤ ਕਰਕੇ ਮਾਮਲਾ ਦਰਜ ਕਰ ਲਿਆ। ਇਸ ਮੌਕੇ ਤੇ ਥਾਣਾ ਮੁਖੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਮ੍ਰਿਤਕਾ ਦੀ ਮਾਂ ਸੁਨੀਤਾ ਦੇ ਵੱਲੋਂ ਦਿੱਤੇ ਬਿਆਨਾਂ ਦੇ ਅਨੁਸਾਰ ਹੀ ਮ੍ਰਿਤਕ ਕੁੜੀ ਦੇ ਘਰ ਵਾਲੇ ਕਰਨ ਅਤੇ ਉਸ ਦੇ ਦਿਓਰ ਵਰੁਣ ਅਤੇ ਸੱਸ ਦੇ ਖਿਲਾਫ ਇਹ ਸਾਰਾ ਮਾਮਲਾ ਦਰਜ ਕੀਤਾ ਗਿਆ। ਕਰਨ ਅਤੇ ਵਰੁਣ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਸੱਸ ਨੂੰ ਗ੍ਰਿਫਤਾਰ ਜਲਦ ਹੀ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਸਾਰੇ ਮਾਮਲੇ ਨੂੰ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਲੰਬਾ ਸਮਾਂ ਹੋ ਗਿਆ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਪੁਲਿਸ ਵਾਲਿਆਂ ਦੇ ਚੱਕਰ ਕੱਟ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਨੇ ਪੁਲਿਸ ਵਾਲਿਆਂ ਤੇ ਪੈਸੇ ਖਾਣ ਤੱਕ ਦੇ ਇਲਜ਼ਾਮ ਲਏ ਪਰ ਫਿਲਹਾਲ ਪੁਲਿਸ ਦੇ ਵੱਲੋਂ ਮ੍ਰਿਤਕਾ ਦੇ ਪਤੀ ਅਤੇ ਉਸ ਦੇ ਦਿਓਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ।
ਉਸ ਕੁੜੀ ਨੂੰ ਉਹਨੇ ਜਲੰਧਰ ਦੱਸਿਆ ਦੇ ਵੀ ਸਾਰਾ ਵਿੱਚ ਕੁਝ ਵਿਆਹੀ ਹੋਇਆ। ਮਨੀਸ਼ਾ ਜੋ ਹੋਇਆ ਦੱਸਿਆ 12 ਮਾਰਚ 2022 ਨੂੰ ਗੋਪਾਲ ਨਗਰ ਦੇ ਵਿੱਚ ਰਹਿੰਦੀ ਮਨੀਸ਼ਾ ਦੇ ਵੱਲੋਂ ਆਪਣੇ ਸਹੁਰੇ ਘਰ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਗਿਆ। ਇਸ ਪਿੱਛੇ ਦਾ ਕਾਰਨ ਕੀ ਸੀ ਜਾਂ ਫਿਰ ਉਸ ਨੂੰ ਕਿਵੇਂ ਮਾਰਿਆ ਗਿਆ, ਇਸ ਬਾਰੇ ਵੀ ਹਲੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ। ਇਸ ਗੱਲ ਦਾ ਵੀ ਖੁਲਾਸਾ ਨਹੀਂ ਹੋ ਪਾਇਆ ਕਿ ਉਸਨੇ ਖੁਦ ਆਪਣੀ ਜ਼ਿੰਦਗੀ ਖਤਮ ਕੀਤੀ ਹੈ ਜਾਂ ਉਸ ਨੂੰ ਮਾਰ ਦਿੱਤਾ ਗਿਆ। ਮਨੀਸ਼ਾ ਦੇ ਪੇਕੇ ਪਰਿਵਾਰ ਦੇ ਵੱਲੋਂ ਸਹੁਰੇ ਪਰਿਵਾਰ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 2 ਵਿਖੇ ਸ਼ਿਕਾਇਤ ਦਰਜ ਕਰਵਾਈ। 3 ਮਹੀਨੇ ਤੱਕ ਵੀ ਥਾਣੇ ਦੇ ਵਿੱਚ FIR ਦਰਜ ਨਹੀਂ ਹੋਈ ਸੀ ਅਤੇ ਹੁਣ 3 ਮਹੀਨੇ ਬਾਅਦ 1 ਜੂਨ 2022 ਨੂੰ ਥਾਣਾ ਮੁਖੀ ਭੂਸ਼ਣ ਕੁਮਾਰ ਦੇ ਵੱਲੋਂ ਵਿਰੋਧੀਆਂ ਦੇ ਖਿਲਾਫ 306 ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੇਕੇ ਪਰਿਵਾਰ ਦਾ ਕਹਿਣਾ ਸੀ ਕਿ ਹਾਲੇ ਤੱਕ ਆਰੋਪੀਆਂ ਦੀ ਗ੍ਰਿਫਤਾਰੀ ਨਹੀਂ ਪਾਈ ਗਈ। ਪੇਕੇ ਪਰਿਵਾਰ ਦੇ ਵੱਲੋਂ 2 ਜੂਨ ਦੀ ਅੱਧੀ ਰਾਤ ਨੂੰ ਥਾਣੇ ਦੇ ਬਾਹਰ ਥਾਣਾ ਮੁਖੀ ਭੂਸ਼ਣ ਕੁਮਾਰ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਪ੍ਰਦਰਸ਼ਨ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਮੌਕੇ ਤੇ ਪਹੁੰਚੇ, ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸੇ ਸਮੇਂ ਧਰਨਾ ਲਗਾਉਣ ਤੋਂ ਬਾਅਦ ਆਰੋਪੀਆਂ ਦੇ ਘਰ ਰੇਡ ਕਰਕੇ ਮੌਕੇ ਤੋਂ ਮਨੀਸ਼ਾ ਦੇ ਪਤੀ ਅਤੇ ਦਿਓਰ ਨੂੰ ਹਿਰਾਸਤ ਦੇ ਵਿੱਚ ਲਿਆ। ਥਾਣਾ ਮੁਖੀ ਭੂਸ਼ਣ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕੁੜੀ ਮਨੀਸ਼ਾ ਨੇ ਜਦ 12 ਮਾਰਚ ਨੂੰ ਆਪਣੀ ਜੀਵਨ ਲੀਲਾ ਖਤਮ ਕੀਤੀ ਸੀ ਤਾਂ ਉਸ ਸਮੇਂ ਥਾਣੇ ਦੇ ਮੁਖੀ SI ਬਲਜਿੰਦਰ ਸਿੰਘ ਸੀ ਅਤੇ ਪੇਕੇ ਪਰਿਵਾਰ ਨੇ ਬਿਆਨਾਂ ਦੇ ਵਿੱਚ ਲਿਖਵਾਇਆ ਸੀ ਕਿ ਸਾਨੂੰ ਕਿਸੇ ਵੀ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ। ਥਾਣਾ ਮੁਖੀ ਨੇ ਕਿਹਾ ਕਿ ਜਦ ਮੈਂ ਡਿਊਟੀ ਜੁਆਇਨ ਕੀਤੀ ਤਾਂ ਮੇਰੇ ਕੋਲ ਆਏ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਦੱਸਿਆ ਕਿ ਸਾਡੇ ਨਾਲ ਧੱਕਾ ਹੋਇਆ। ਮੈਨੂੰ ਸਾਰੇ ਪ੍ਰੂਫ ਦਿਖਾਏ ਗਏ, ਇੱਕ ਪੈਨ ਡਰਾਈਵ ਦਿੱਤੀ ਗਈ। ਮੈਂ ਸੀਨੀਅਰ ਅਫਸਰ ਦੇ ਨਾਲ ਗੱਲਬਾਤ ਕਰਕੇ ਮਾਮਲਾ ਦਰਜ ਕਰ ਲਿਆ। ਇਸ ਮੌਕੇ ਤੇ ਥਾਣਾ ਮੁਖੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਮ੍ਰਿਤਕਾ ਦੀ ਮਾਂ ਸੁਨੀਤਾ ਦੇ ਵੱਲੋਂ ਦਿੱਤੇ ਬਿਆਨਾਂ ਦੇ ਅਨੁਸਾਰ ਹੀ ਮ੍ਰਿਤਕ ਕੁੜੀ ਦੇ ਘਰ ਵਾਲੇ ਕਰਨ ਅਤੇ ਉਸ ਦੇ ਦਿਓਰ ਵਰੁਣ ਅਤੇ ਸੱਸ ਦੇ ਖਿਲਾਫ ਇਹ ਸਾਰਾ ਮਾਮਲਾ ਦਰਜ ਕੀਤਾ ਗਿਆ। ਕਰਨ ਅਤੇ ਵਰੁਣ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਸੱਸ ਨੂੰ ਗ੍ਰਿਫਤਾਰ ਜਲਦ ਹੀ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਸਾਰੇ ਮਾਮਲੇ ਨੂੰ ਦੇਖਦੇ ਹੋਏ